Hello students, I am Gurshan Singh Brad and today we are going to do a poem from 10th class first flight book. It is third poem, A Tiger in the Zoo, written by Leslie Norris. ਇਸ ਪੋਮ ਵਿੱਚ ਪੋਇਟ ਇੱਕ ਜ਼ੂ ਵਿੱਚ ਰਹਿਣ ਵਾਲੇ ਟਾਈਗਰ ਨੂੰ ਜੰਗਲ ਵਿੱਚ ਰਹਿਣ ਵਾਲੇ ਟਾਈਗਰ ਨਾਲ ਕੰਪੇਅਰ ਕਰ ਰਹੇ ਹਨ। ਜੋ ਟਾਈਗਰ ਜ਼ੂ ਵਿੱਚ ਰਹਿੰਦਾ ਹੈ ਉਹ ਪਿੰਜਰੇ ਵਿੱਚ ਬੰਦ ਹੈ ਤੇ ਲਿਮਟਡ ਏਰੀਆ ਵਿੱਚ ਹੀ ਘੁੰਮ ਸਕਦਾ ਹੈ ਤੇ ਉਸ ਦੇ ਕਰਕੇ ਉਸ ਦੀ ਜੋ ਰੀਅਲ ਪਰਸਨੈਲਿਟੀ ਹੈ ਉਹ ਦਬ ਗਈ ਹੈ। ਦੂਜੇ ਪਾਸੇ ਜੋ ਟਾਈਗਰ ਜੰਗਲ ਵਿੱਚ ਰਹਿੰਦਾ ਹੈ ਉਹ ਖੁੱਲ੍ਹੇ ਵਾਤਾਵਰਨ ਵਿੱਚ ਰਹਿੰਦਾ ਹੈ ਅਤੇ ਆਪਣੇ ਨੈਚੁਰਲ ਸਰਾਊਂਡਿੰਗ ਵਿੱਚ ਉਹ ਰਹਿ ਰਿਹਾ ਹੈ ਅਤੇ ਆਪਣੀਆਂ ਅਸਲੀ ਕੁਆਲਿਟੀਜ਼ ਆਪਣਾ ਗੁੱਸਾ ਫਰੋਸ਼ੀਅਸਨੈਸ ਸਭ ਕੁਝ ਦਿਖਾ ਸਕਦਾ ਹੈ। ਇਸ ਤਰ੍ਹਾਂ ਦੋ ਤਰ੍ਹਾਂ ਦੇ ਟਾਈਗਰਸ ਦੇ ਵਿੱਚ ਪੋਇਟ ਨੇ ਕੰਪੈਰੀਜ਼ਨ ਕੀਤਾ ਹੈ। ਇਹ ਜੋ ਪੋਇਮ ਦੇ ਵਿੱਚ ਆਪਾਂ ਇਹ ਸਾਰਾ ਕੰਪੈਰੀਜ਼ਨ ਦੇਖਾਂਗੇ ਕਿ ਕਿਸ ਤਰ੍ਹਾਂ ਪੋਇਟ ਇੱਕ ਜ਼ੂ ਵਿੱਚ ਰਹਿਣ ਵਾਲੇ ਟਾਈਗਰਸ ਦੀਆਂ ਕੁਆਲਿਟੀਜ਼ ਦੱਸ ਰਿਹਾ ਅਤੇ ਇੱਕ ਜੋ ਜੰਗਲ ਵਿੱਚ ਟਾਈਗਰ ਹੁੰਦਾ ਹੈ ਜੋ ਕਿ ਪੂਰੀ ਤਰ੍ਹਾਂ ਆਜ਼ਾਦ ਘੁੰਮ ਫਿਰ ਸਕਦਾ ਹੈ ਉਸ ਦੀਆਂ ਕਿਹੋ ਜਿਹੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਇਸ ਪੋਇਮ ਵਿੱਚ ਦੱਸਿਆ ਗਿਆ ਹੈ। Now let's begin the poem. We will read the stanza. I will explain the difficult word meanings, explanation, and then we will discuss the poetic devices also that have been used in this poem. Let's start. He stalks in his vivid strips. Strips. Poet ਇਸ ਵਿੱਚ ਕੀ ਕਹਿ ਰਹੀ ਹੈ? He stalks in his vivid strips. ਉਹ ਚੱਲਦਾ ਹੈ। ਸਟ੍ਰੋਕਸ ਮੀਨਸ ਕੀ ਹੁੰਦਾ? ਵਾਕ ਜਾਂ ਫੋਲੋ ਕਰਨਾ, ਕਿਸੇ ਦਾ ਪਿੱਛਾ ਕਰਨਾ। ਇਨ ਹਿਜ਼ ਵਿਵਡ ਸਟ੍ਰਿਪਸ। ਸਟ੍ਰਿਪਸ ਕੀ ਹੁੰਦੀਆਂ? ਜੋ ਪੱਟੀਆਂ ਹੁੰਦੀਆਂ, ਇਹ ਟਾਈਗਰ ਦੇ ਉੱਪਰ ਤੁਸੀਂ ਪੱਟੀਆਂ ਵੇਖ ਰਹੇ ਹੋ ਨਾ, ਇਹਨਾਂ ਨੂੰ ਕੀ ਕਹਿੰਦੇ ਆ? ਸਟ੍ਰਿਪਸ। ਅਤੇ ਵਿਵਡ ਕੀ ਹੁੰਦਾ ਹੈ? ਬਰਾਈਟ ਕਲਰ ਨੂੰ ਵਿਵਡ ਕਹਿੰਦੇ ਹਨ। ਕੀ ਕਹਿ ਰਹੀ ਹੈ ਪੋਇਟ? ਹੀ ਸਟ੍ਰੋਕਸ ਇਨ ਹਿਜ਼ ਵਿਵਡ ਸਟ੍ਰਿਪਸ। ਉਹ ਚੱਲਦਾ ਹੈ ਆਪਣੀਆਂ ਵਿਵਡ ਸਟ੍ਰਿਪਸ ਦੇ ਵਿੱਚ, ਆਪਣੀਆਂ ਬਰਾਈਟ ਕਲਰ ਜੋ ਸਟ੍ਰਿਪਸ ਹਨ ਇਹਨਾਂ ਦੇ ਵਿੱਚ ਉਹ ਚੱਲਦਾ ਹੈ। ਦ ਫਿਊ ਸਟੈਪਸ ਔਨ ਹਿਜ਼ ਕੇਜ। ਫਿਊ ਸਟੈਪਸ, ਕੁਝ ਕੁ ਸਟੈਪਸ ਔਨ ਹਿਜ਼ ਕੇਜ। ਇੱਥੇ ਕੇਜ ਦੇ ਵਿੱਚ ਚੱਲਦਾ ਹੈ, ਉਹ ਪਿੰਜਰੇ ਦੇ ਵਿੱਚ ਚੱਲਦਾ ਹੈ ਕਿਉਂਕਿ ਇੱਥੇ ਜ਼ੂ ਵਿੱਚ ਰਹਿਣ ਵਾਲੇ ਟਾਈਗਰ ਦੀ ਗੱਲ ਹੋ ਰਹੀ ਹੈ। ਕੁਝ ਕੁ ਸਟੈਪਸ ਚੱਲਦਾ ਹੈ ਕਿਉਂਕਿ ਜਦ ਪਿੰਜਰੇ ਵਿੱਚ ਹੁੰਦਾ ਹੈ ਟਾਈਗਰ ਤਾਂ ਉਹ ਏਰੀਆ ਕੀ ਹੁੰਦਾ? ਇੱਕ ਬਹੁਤ ਥੋੜ੍ਹਾ ਏਰੀਆ ਹੁੰਦਾ ਹੈ ਅਤੇ ਇਸੇ ਲਈ ਕੀ ਕਿਹਾ ਗਿਆ ਹੈ? ਦ ਫਿਊ ਸਟੈਪਸ ਔਨ ਹਿਜ਼ ਕੇਜ। ਔਨ ਪੈਡਸ ਆਫ ਵੈਲਵਟ ਕੁਆਇਟ। ਵੈਲਵਟ ਕੀ ਹੁੰਦਾ? ਬਿਲਕੁਲ ਜਿਸ ਤਰ੍ਹਾਂ ਨਰਮ ਆਪਾਂ ਇੱਕ ਫੈਬਰਿਕ ਹੁੰਦਾ, ਕੱਪੜਾ ਹੁੰਦਾ, ਜਿਵੇਂ ਵੈਲਵਟ ਦਾ ਕੱਪੜਾ ਬਹੁਤ ਜ਼ਿਆਦਾ ਨਰਮ ਹੁੰਦਾ। ਅਤੇ ਕੀ ਕਿਹਾ ਗਿਆ ਹੈ? ਔਨ ਪੈਡਸ। ਪੈਡਸ ਕਿਸ ਨੂੰ ਕਹਿੰਦੇ ਆ? ਦਾ ਪਾਜ਼ ਆਫ ਦਾ ਟਾਈਗਰ। ਜੋ ਪੈਰ ਹੁੰਦੇ ਆ ਨਾ ਟਾਈਗਰ ਦੇ, ਪੰਜੇ ਹੁੰਦੇ ਆ, ਤਾਂ ਕੀ ਕਿਹਾ ਗਿਆ ਹੈ? ਉਹ ਚੱਲਦਾ ਹੈ ਔਨ ਪੈਡਸ ਆਫ ਵੈਲਵਟ ਕੁਆਇਟ। ਬਿਲਕੁਲ ਵੈਲਵਟ ਵਰਗੇ ਉਸਦੇ ਪੰਜੇ ਹਨ ਜਿਨ੍ਹਾਂ ਦੇ ਉੱਪਰ ਚੱਲਦਾ ਹੈ ਕੁਆਇਟ। ਕੁਆਇਟ ਕੀ ਹੈ? ਬਿਲਕੁਲ ਸ਼ਾਂਤੀ ਦੇ ਨਾਲ, ਬਿਲਕੁਲ ਵੀ ਸ਼ੋਰ ਨਹੀਂ ਕਰ ਰਿਹਾ ਉਹ। ਇਨ ਹਿਜ਼ ਕੁਆਇਟ ਰੇਜ਼। ਰੇਜ਼ ਕੀ ਹੁੰਦਾ? ਗੁੱਸਾ। ਵਾਇਲੈਂਟ ਅਨਕੰਟਰੋਲੇਬਲ ਐਂਗਰ ਵੀ ਕਹਿ ਦਿੰਦੇ ਆਪਾਂ। ਹਿੰਸਾ ਕੀ ਹੈ? ਜੋ ਅਨਕੰਟਰੋਲੇਬਲ ਹੋਵੇ ਐਂਗਰ, ਉਸਨੂੰ ਕੀ ਕਹਿੰਦੇ ਆ? ਰੇਜ਼। ਕਿਵੇਂ ਚੱਲਦਾ ਹੈ? ਔਨ ਪੈਡਸ ਆਫ ਵੈਲਵਟ ਕੁਆਇਟ ਇਨ ਹਿਜ਼ ਕੁਆਇਟ ਰੇਜ਼। ਆਪਣੇ ਸ਼ਾਂਤ ਗੁੱਸੇ ਦੇ ਵਿੱਚ। ਇਹ ਦੇਖੋ ਕਿਸ ਤਰ੍ਹਾਂ ਪੋਇਟ ਨੇ ਕਿਹਾ ਕਿ ਉਹ ਗੁੱਸੇ ਵਿੱਚ ਵੀ ਹੈ ਪਰ ਜਦ ਇੱਕ ਜ਼ੂ ਦੇ ਵਿੱਚ ਹੈ ਉਹ ਬਿਲਕੁਲ ਕੀ ਹੈ? ਸ਼ਾਂਤ ਹੈ। ਨੈਕਸਟ ਸਟੈਂਜਾ ਦੇਖਦੇ ਹਾਂ। ਹੀ ਸ਼ੁੱਡ ਬੀ ਲਰਕਿੰਗ ਇਨ ਸ਼ੈਡੋ। ਤਾਂ ਪੋਇਟ ਕੀ ਕਹਿ ਰਹੇ ਨੇ ਕਿ ਉਸਨੂੰ ਕਿੱਥੇ ਹੋਣਾ ਚਾਹੀਦਾ ਹੈ? ਹੀ ਸ਼ੁੱਡ ਬੀ ਲਰਕਿੰਗ। ਲਰਕਿੰਗ ਕੀ ਹੁੰਦਾ ਹੈ? ਰਿਮੇਨਿੰਗ ਹਿਡਨ ਸੋ ਐਜ਼ ਟੂ ਵੇਟ ਇਨ ਐਂਬੁਸ਼। ਹੁਣ ਇਹ ਵੇਖੋ ਉਸਨੂੰ ਕਿੱਥੇ ਹੋਣਾ ਚਾਹੀਦਾ ਹੈ? ਸ਼ੈਡੋਜ਼ ਦੇ ਵਿੱਚ ਲਰਕਿੰਗ ਕਰਦੇ ਹੋਏ, ਯਾਨੀ ਕਿ ਲੁਕੇ ਹੋਏ ਹੋਣਾ ਚਾਹੀਦਾ ਹੈ, ਹਿਡਨ ਹੋਣਾ ਚਾਹੀਦਾ ਉਸਨੂੰ, ਵੇਟ ਕਰਦੇ ਹੋਏ, ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਦੇ ਹੋਏ। ਕਲੀਅਰ? ਇਸ ਨੂੰ ਇੱਥੇ ਇੱਕ ਜ਼ੂ ਦੇ ਵਿੱਚ, ਪਿੰਜਰੇ ਵਿੱਚ ਨਹੀਂ ਹੋਣਾ ਚਾਹੀਦਾ। ਪੋਇਟ ਕੀ ਕਹਿ ਰਿਹਾ? ਉਸਨੂੰ ਕਿੱਥੇ ਹੋਣਾ ਚਾਹੀਦਾ ਹੈ? ਹੀ ਸ਼ੁੱਡ ਬੀ ਲਰਕਿੰਗ। ਉਸਨੂੰ ਛੁਪੇ ਹੋਣਾ ਚਾਹੀਦਾ ਹੈ। ਇਨ ਸ਼ੈਡੋਜ਼, ਝਾੜੀਆਂ ਵਗੈਰਾ ਦੇ ਵਿੱਚ ਉਹ ਛੁਪਿਆ ਹੋਇਆ ਹੋਵੇ ਅਤੇ ਕਿਸ ਦਾ ਇੰਤਜ਼ਾਰ ਕਰ ਰਿਹਾ ਹੋਵੇ? ਆਪਣੇ ਸ਼ਿਕਾਰ ਦਾ। ਕਾਹਦੇ ਲਈ? ਵੇਟ ਇਨ ਐਂਬਿਸ਼, ਉਸ ਦੇ ਨਾਲ ਫਾਈਟ ਕਰਨ ਦੇ ਲਈ। ਸਲੀਡਿੰਗ ਥਰੂ ਲੌਂਗ ਗ੍ਰਾਸ, ਅਤੇ ਸਲੀਡਿੰਗ ਕਰਦਾ ਹੋਵੇ। ਜਿਸ ਤਰ੍ਹਾਂ ਤੁਸੀਂ ਡਿਸਕਵਰੀ ਚੈਨਲ ਵਗੈਰਾ ਵਿੱਚ ਦੇਖਿਆ ਹੋਣਾ ਕਿ ਟਾਈਗਰ ਆਪਣੇ ਸ਼ਿਕਾਰ ਨੂੰ ਜਦ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਘਾਹ ਦੇ ਵਿੱਚ ਕੀ ਆ? ਉਹ ਥੋੜ੍ਹਾ ਥੋੜ੍ਹਾ ਬੈਠ ਕੇ ਜੇ ਚੱਲਦਾ ਹੁੰਦਾ, ਉਸਨੂੰ ਸਲੀਡਿੰਗ ਕਹਿੰਦੇ ਆ। ਸਲੀਡਿੰਗ ਥਰੂ ਦਾ ਲੌਂਗ ਗ੍ਰਾਸ। ਲੰਮੇ ਘਾਹ ਦੇ ਵਿੱਚ ਦੀ ਲੁਕ ਲੁਕ ਕੇ ਚੱਲਣਾ। ਇਸ ਤਰ੍ਹਾਂ ਚੱਲਦਾ ਹੋਵੇ। ਨੀਅਰ ਦਾ ਵਾਟਰ ਹੋਲ। ਕਿੱਥੇ ਹੋਵੇ ਉਹ? ਵਾਟਰ ਹੋਲ ਦੇ ਕੋਲ ਘੁੰਮਦਾ ਹੋਇਆ ਹੋਵੇ। ਵੇਅਰ ਪਲੰਪ ਡੀਰ ਪਾਸ। ਜਿੱਥੋਂ ਦੀ ਕੀ ਹੈ? ਗੋਲ ਮਟੋਲ
ਡੀਰ ਹੈ, ਜੋ ਹਿਰਨਾਂ ਹਨ, ਗੁਜ਼ਰਦੀਆਂ ਹਨ। ਕਿਉਂਕਿ ਜਦ ਕੀ ਹੈ ਉਹ ਪਾਣੀ ਪੀਣ ਆਉਣਗੀਆਂ, ਇੱਥੇ ਵਾਟਰ ਹੋਲ ਦੇ ਕੋਲ ਪਾਣੀ ਪੀਣ ਆਉਣਗੀਆਂ, ਤਾਂ ਇਹ ਜੋ ਟਾਈਗਰ ਹੈ ਉਹਨਾਂ ਦਾ ਸ਼ਿਕਾਰ ਕਰ ਸਕੇਗਾ। ਕਿਉਂਕਿ ਜੋ ਡੀਰ ਹੈ ਇਹ ਇਸ ਦਾ ਕੀ ਹੈ, ਮਨਪਸੰਦ ਦੀ ਇੱਕ ਸ਼ਿਕਾਰ ਹੁੰਦਾ ਹੈ। ਤੇ ਕਿੱਥੇ ਹੋਣਾ ਚਾਹੀਦਾ ਹੈ? ਪੋਇਟ ਕੀ ਕਹਿ ਰਹੇ ਨੇ ਇਹਦੇ ਵਿੱਚ ਕਿ ਉਹ ਕਿੱਥੇ ਹੋਣਾ ਚਾਹੀਦਾ ਹੈ? ਲਰਕਿੰਗ ਇਨ ਸ਼ੈਡੋਜ਼, ਝਾੜੀਆਂ ਦੇ ਵਿੱਚ ਛੁਪਿਆ ਹੋਇਆ ਹੋਣਾ ਚਾਹੀਦਾ ਹੈ, ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਦਾ ਹੋਇਆ। ਸਲੀਡਿੰਗ ਥਰੂ ਲੌਂਗ ਗ੍ਰਾਸ ਦੇ ਵਿੱਚ ਦੀ ਸਲੀਡਿੰਗ ਕਰਦਾ ਹੋਇਆ। ਨੀਅਰ ਦਾ ਵਾਟਰ ਹੋਲ, ਪਾਣੀ ਦੇ ਹੋਲ ਦੇ ਕੋਲ, ਜਿੱਥੇ ਕੀ ਹੈ ਵੇਅਰ ਪਲੰਪ ਡੀਰ ਪਾਸ, ਜਿੱਥੋਂ ਦੀ ਕੀ ਹੈ ਗੋਲ ਮਟੋਲ ਜੋ ਡੀਰ ਹਨ, ਹਿਰਨਾਂ ਹਨ, ਗੁਜ਼ਰਦੀਆਂ ਹਨ, ਤਾਂ ਕਿ ਉਹ ਉਹਨਾਂ ਨੂੰ ਫੜ ਸਕੇ, ਉਹਨਾਂ ਦਾ ਸ਼ਿਕਾਰ ਕਰ ਸਕੇ। ਇਸ ਤਰ੍ਹਾਂ ਉਹਨੂੰ ਕਿੱਥੇ ਨਹੀਂ ਹੋਣਾ ਚਾਹੀਦਾ? ਇੱਕ ਪਿੰਜਰੇ ਦੇ ਵਿੱਚ ਕੈਦ ਨਹੀਂ ਹੋਣਾ ਚਾਹੀਦਾ, ਜ਼ੂ ਦੇ ਵਿੱਚ ਉਸਨੂੰ ਨਹੀਂ ਹੋਣਾ ਚਾਹੀਦਾ। ਹੀ ਸ਼ੁੱਡ ਬੀ ਸਨਾਰਲਿੰਗ ਅਰਾਊਂਡ ਦਾ ਹਾਊਸਸ, ਉਹ ਕੀ ਹੋਣਾ ਚਾਹੀਦਾ? ਸਨਾਰਲਿੰਗ ਕਰਦਾ ਹੋਇਆ। ਸਨਾਰਲਿੰਗ ਕੀ ਹੁੰਦਾ ਹੈ? ਵਾਰਨਿੰਗ ਸਾਊਂਡ, ਜਿਸ ਤਰ੍ਹਾਂ ਗਰਜਦਾ ਹੁੰਦਾ ਨਾ ਸ਼ੇਰ, ਆਪਾਂ ਦੇਖਦੇ ਹਾਂ ਟਾਈਗਰ ਗਰਜਦਾ ਹੈ, ਵੀ ਇਸ ਤਰ੍ਹਾਂ ਆਵਾਜ਼ ਕੱਢਦਾ ਹੋਇਆ ਹੋਣਾ ਚਾਹੀਦਾ ਉਹ। ਐਟ ਦਾ ਜੰਗਲਜ਼ ਐਜ, ਕਿੱਥੇ? ਜੰਗਲ ਦੇ ਕਿਨਾਰੇ ਦੇ ਉੱਤੇ। ਹੀ ਸ਼ੁੱਡ ਬੀ ਸਨਾਰਲਿੰਗ ਅਰਾਊਂਡ ਦਾ ਹਾਊਸਸ, ਘਰਾਂ ਦੇ ਦੁਆਲੇ, ਜੋ ਜੰਗਲ ਦੇ ਕਿਨਾਰੇ ਦੇ ਉੱਤੇ ਘਰ ਵਗੈਰਾ ਹਨ, ਉੱਥੇ ਕੀ ਹੋਣਾ ਚਾਹੀਦਾ? ਉਹ ਸਨਾਰਲਿੰਗ ਕਰਦਾ ਹੋਇਆ ਹੋਣਾ ਚਾਹੀਦਾ ਹੈ, ਇੱਕ ਵਾਰਨਿੰਗ ਸਾਊਂਡ ਦਿੰਦਾ ਹੋਇਆ ਹੋਣਾ ਚਾਹੀਦਾ ਹੈ। ਬੇਰਿੰਗ ਹਿਜ਼ ਵਾਈਟ ਫੈਂਗਸ, ਬੇਰਿੰਗ ਕੀ ਹੁੰਦਾ? ਐਕਸਪੋਜ਼ਿੰਗ, ਦਿਖਾਉਂਦਾ। ਹਿਜ਼ ਵਾਈਟ ਫੈਂਗ ਕੀ ਹੈ? ਆਪਣੇ ਸਫੇਦ ਦੰਦ ਦਿਖਾਉਂਦਾ ਹੋਇਆ ਹੋਣਾ ਚਾਹੀਦਾ ਹੈ। ਹਿਜ਼ ਕਲੌਜ਼, ਆਪਣੇ ਪੰਜੇ ਦਿਖਾਉਂਦਾ ਹੋਇਆ ਹੋਣਾ ਚਾਹੀਦਾ ਹੈ। ਟੈਰੋਰਾਈਜ਼ਿੰਗ ਦਾ ਵਿਲੇਜ, ਤੇ ਸਾਰੇ ਪਿੰਡ ਨੂੰ ਉਹ ਕੀ ਹੈ? ਡਰਾਉਂਦਾ ਹੋਇਆ ਹੋਣਾ ਚਾਹੀਦਾ ਹੈ। ਵੀ ਇੱਥੇ ਪੋਇਟ ਕੀ ਇੱਛਾ ਜ਼ਾਹਰ ਕਰ ਰਹੇ ਨੇ ਕਿ ਇੱਕ ਜੋ ਟਾਈਗਰ ਹੈ ਉਸ ਦੀਆਂ ਰੀਅਲ ਕੁਆਲਿਟੀਜ਼ ਜੋ ਹਨ, ਇਸ ਤਰ੍ਹਾਂ ਦੀਆਂ ਕੁਆਲਿਟੀਜ਼ ਹੀ ਹੋਣੀਆਂ ਚਾਹੀਦੀਆਂ, ਨਾ ਕਿ ਉਹ ਇੱਕ ਪਿੰਜਰੇ ਦੇ ਵਿੱਚ ਕੈਦ ਹੋਵੇ। ਕਲੀਅਰ? ਵਾਰਨਿੰਗ ਕਰਦਾ ਹੋਇਆ ਹੋਣਾ ਚਾਹੀਦਾ। ਹੀ ਸ਼ੁੱਡ ਬੀ ਸਨੋਰਲਿੰਗ ਅਰਾਊਂਡ ਦਾ ਹਾਊਸਸ ਐਟ ਦਾ ਜੰਗਲਜ਼ ਐਜ, ਜੋ ਜੰਗਲ ਦੇ ਕਿਨਾਰੇ ਉੱਤੇ ਘਰ ਹਨ, ਉੱਥੇ ਉਹ ਸਨੋਰਲਿੰਗ ਕਰਦਾ ਹੋਇਆ ਹੋਣਾ ਚਾਹੀਦਾ ਹੈ। ਬੇਅਰਿੰਗ ਹਿਜ਼ ਵਾਈਟ ਫੈਂਗਸ, ਆਪਣੇ ਸਫੇਦ ਦੰਦ ਦਿਖਾਉਂਦਾ ਹੋਇਆ ਹੋਣਾ ਚਾਹੀਦਾ ਹੈ, ਆਪਣੇ ਪੰਜੇ ਦਿਖਾਉਂਦਾ ਹੋਇਆ ਹੋਣਾ ਚਾਹੀਦਾ ਹੈ। ਟੈਰੋਰਾਈਜ਼ਿੰਗ ਦਾ ਵਿਲੇਜ, ਜੋ ਪਿੰਡ ਦੇ ਲੋਕ ਹਨ ਉਹਨਾਂ ਨੂੰ ਡਰਾਉਂਦੇ ਹੋਏ ਹੋਣਾ ਚਾਹੀਦਾ ਹੈ, ਜੋ ਕਿ ਉਸਦੀਆਂ ਕੁਆਲਿਟੀਜ਼ ਹਨ, ਇਸ ਤਰ੍ਹਾਂ ਕਰਦਾ ਹੋਇਆ ਹੋਣਾ ਚਾਹੀਦਾ ਹੈ। ਬਟ ਹੀ ਇਜ਼ ਲੌਕਡ ਇਨ ਅ ਕੰਕਰੀਟ ਸੈੱਲ, ਪਰ ਉਹ ਕੀ ਹੈ? ਲੌਕਡ ਹੈ। ਕਿੱਥੇ ਲੌਕਡ ਹੈ? ਜ਼ੂ ਦੇ ਵਿੱਚ ਕੀ ਆ? ਉਹ ਇੱਕ ਕੰਕਰੀਟ ਸੈੱਲ ਦੇ ਵਿੱਚ ਲੌਕਡ ਹੈ। ਸੈੱਲ ਕਿਸ ਨੂੰ ਕਹਿੰਦੇ ਆ? ਇੱਕ ਬੰਦ ਕਮਰੇ ਨੂੰ, ਜੇਲ੍ਹ ਵਗੈਰਾ ਨੂੰ ਕਹਿ ਦਿੰਦੇ ਆ। ਕੰਕਰੀਟ ਕੀ ਹੁੰਦਾ ਹੈ? ਅ ਬਿਲਡਿੰਗ ਮਟੀਰੀਅਲ ਮੇਡ ਫਰੋਮ ਅ ਮਿਕਸਚਰ ਆਫ ਬ੍ਰੋਕਨ ਸਟੋਨ। ਕੰਕਰੀਟ ਹੁੰਦਾ ਇੱਕ ਬਿਲਡਿੰਗ ਮਟੀਰੀਅਲ ਜੋ ਕੀ ਹੈ ਇੱਕ ਮਿਕਸਚਰ ਤੋਂ ਬਣਦਾ ਹੈ। ਬ੍ਰੋਕਨ ਸਟੋਨ, ਕੋਈ ਪੱਥਰ ਦਾ ਚੂਰਾ ਵਗੈਰਾ, ਸੈਂਡ ਹੋ ਗਈ, ਸੀਮੈਂਟ ਅਤੇ ਵਾਟਰ। ਜਦੋਂ ਵਾਟਰ ਇਹਨਾਂ ਵਿੱਚ ਰਲਾ ਦਿੱਤਾ ਜਾਂਦਾ ਨਾ, ਸੈਂਡ ਵਿੱਚ, ਸੀਮੈਂਟ ਵਿੱਚ, ਤੇ ਇੱਕ ਪੱਥਰ ਦਾ ਕੋਈ ਚੂਰਾ ਵਗੈਰਾ, ਉਸਨੂੰ ਕੰਕਰੀਟ ਕਹਿੰਦੇ ਆ। ਜਦੋਂ ਉਹਦੇ ਵਿੱਚ ਪਾਣੀ ਮਿਲਾ ਦਿੱਤਾ ਜਾਂਦਾ, ਬਹੁਤ ਮਜ਼ਬੂਤ ਇੱਕ ਮਟੀਰੀਅਲ ਬਣ ਜਾਂਦਾ, ਬਿਲਡਿੰਗ ਮਟੀਰੀਅਲ ਬਣ ਜਾਂਦਾ ਇਹ। ਤਾਂ ਪੋਇਟ ਕੀ ਇੱਛਾ ਜ਼ਾਹਰ ਕਰ ਰਹੇ ਹਨ ਇੱਥੇ? ਹੀ ਇਜ਼ ਲੌਕਡ, ਕੀ ਕਹਿ ਰਹੇ ਹਨ? ਬਟ ਹੀ ਇਜ਼ ਲੌਕਡ ਇਨ ਅ ਕੰਕਰੀਟ ਸੈੱਲ, ਪਰ ਉਹ ਇੱਕ ਕੰਕਰੀਟ ਸੈੱਲ ਦੇ ਵਿੱਚ ਲੌਕਡ ਹੈ। ਕਲੀਅਰ? ਹਿਜ਼ ਸਟਰੈਂਥ ਬਿਹਾਈਂਡ ਬਾਰਸ, ਉਸਦੀ ਜੋ ਤਾਕਤ ਹੈ, ਸਟਰੈਂਥ ਹੈ, ਉਹ ਕਿੱਥੇ ਹੈ? ਇੱਕ ਇਹਨਾਂ ਜੰਗਲਿਆਂ ਦੇ ਪਿੱਛੇ ਹੈ, ਬਾਰਸ ਦੇ ਪਿੱਛੇ ਹੈ, ਰੁਕਾਵਟਾਂ ਦੇ ਪਿੱਛੇ ਹੈ। ਸਟਾਕਿੰਗ ਹਿਜ਼ ਲੈਂਥ ਆਫ ਹਿਜ਼ ਕੇਜ, ਅਤੇ ਕੀ ਕਰ ਰਿਹਾ ਹੈ? ਉਹ ਚੱਲ ਰਿਹਾ ਹੈ। ਸਟਾਕਿੰਗ ਮੀਨਸ ਵਾਕਿੰਗ ਦ ਲੈਂਥ ਆਫ ਹਿਜ਼ ਕੇਜ, ਆਪਣੇ ਬਸ ਜੋ ਪਿੰਜਰੇ ਦੀ ਲੈਂਥ ਹੈ, ਜਿੰਨਾ ਕੁ ਲੰਮਾ ਚੌੜਾ ਪਿੰਜਰਾ ਹੈ, ਬਸ ਉਹਦੇ ਵਿੱਚ ਹੀ ਉਹ ਚੱਲ ਰਿਹਾ ਹੈ। ਇਗਨੋਰਿੰਗ ਵਿਜ਼ਟਰਸ, ਪਰ ਹੋਰ ਕੀ ਕਰ ਰਿਹਾ ਹੈ? ਉਹ ਜੋ ਵਿਜ਼ਟਰਸ ਵਗੈਰਾ ਆ ਰਹੇ ਨੇ ਉੱਥੇ, ਉਹਨਾਂ ਨੂੰ ਕੀ ਕਰ ਰਿਹਾ? ਇਗਨੋਰ ਕਰ ਰਿਹਾ। ਹੁਣ ਵਿਜ਼ਟਰਸ ਨੂੰ ਉਹ ਕਿਉਂ ਇਗਨੋਰ ਕਰ ਰਿਹਾ? ਜ਼ੂ ਦੇ ਵਿੱਚ ਹੈ ਉਹ। ਕਲੀਅਰ? ਉਹ ਵਿਜ਼ਟਰਸ ਨੂੰ ਦੇਖ ਕੇ ਭਾਵੇਂ ਦੀ ਉਸਨੂੰ ਕੋਈ ਗੁੱਸਾ ਆਵੇ ਹੀ, ਪਰ ਉਹ ਉਹਨਾਂ ਨੂੰ ਕੀ ਹੈ? ਇਗਨੋਰ ਕਰ ਰਿਹਾ ਹੈ। ਕਿਉਂ ਇਗਨੋਰ ਕਰ ਰਿਹਾ? ਕਿਉਂਕਿ ਉਹ ਕੁਝ ਵੀ ਨਹੀਂ ਕਰ ਸਕਦਾ, ਆਪਣੇ ਗੁੱਸੇ ਨੂੰ ਦਿਖਾ ਨਹੀਂ ਸਕਦਾ, ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦਾ, ਕਿਉਂਕਿ ਉਹ ਪਿੰਜਰੇ ਦੇ ਵਿੱਚ ਬੰਦ ਹੈ। ਇਸ ਲਈ ਉਹ ਕੀ ਕਰ ਰਿਹਾ? ਉਹਨਾਂ ਵਿਜ਼ਟਰਸ ਨੂੰ ਇਗਨੋਰ ਹੀ ਕਰ ਰਿਹਾ ਹੈ। ਨੈਕਸਟ ਸਟੈਂਜਾ, ਹੀ ਹੀਅਰਸ ਦਾ ਲਾਸਟ ਵੌਇਸ ਐਟ ਨਾਈਟ, ਹੋਰ ਕੀ ਕਰਦਾ ਹੈ? ਉਹ ਸੁਣਦਾ ਹੈ। ਕੀ ਸੁਣਦਾ ਹੈ? ਲਾਸਟ ਵੌਇਸ ਐਟ ਨਾਈਟ, ਅਖੀਰਲੀ ਆਵਾਜ਼, ਰਾਤ ਸਮੇਂ ਅਖੀਰਲੀ ਆਵਾਜ਼। ਕਿਸ ਚੀਜ਼ ਦੀ? ਦਾ ਪੈਟਰੋਲਿੰਗ ਕਾਰਸ, ਜੋ ਪੈਟਰੋਲਿੰਗ ਕਾਰਸ ਹੁੰਦੀਆਂ। ਹੁਣ ਪੈਟਰੋਲਿੰਗ ਕੀ ਹੁੰਦਾ ਹੈ? ਕੀਪਿੰਗ ਵਾਚ ਓਵਰ ਐਨ ਏਰੀਆ ਬਾਈ ਰੈਗੂਲਰਲੀ ਵਾਕਿੰਗ, ਕਿਸੇ ਏਰੀਏ ਦੇ ਉੱਤੇ ਨਾ ਪੂਰੀ ਤਰ੍ਹਾਂ ਨਿਗਰਾਨੀ ਰੱਖਣੀ। ਕਲੀਅਰ? ਲਗਾਤਾਰ ਕੀ ਕਰਕੇ? ਉਸ ਏਰੀਏ ਨੂੰ ਘੁੰਮ ਕੇ, ਜਾਂ ਤਾਂ ਚੱਲ ਕੇ ਘੁੰਮਣਾ, ਜਾਂ ਕੀ ਹੈ ਕੋਈ ਟਰੈਵਲ ਕਰਨਾ, ਕਿਸੇ ਗੱਡੀ ਵਗੈਰਾ ਉੱਤੇ ਟਰੈਵਲ ਕਰਨਾ। ਜਿਸ ਤਰ੍ਹਾਂ ਪੁਲਿਸਮੈਨ ਪੈਟਰੋਲਿੰਗ ਕਰਦੇ ਹਨ ਨਾ, ਗਸ਼ਤ ਕਰਦੇ ਹਨ, ਘੁੰਮਦੇ ਹਨ ਆਪਣੀ ਗੱਡੀ ਦੇ ਵਿੱਚ, ਉਸ ਨੂੰ ਕੀ ਕਹਿੰਦੇ ਆ? ਪੈਟਰੋਲਿੰਗ ਕਰਨਾ। ਕਲੀਅਰ?
ਉਹ ਕੀ ਸੁਣਦਾ ਹੈ ਫਿਰ ਜੋ ਟਾਈਗਰ ਹੈ ਜ਼ੂ ਦੇ ਵਿੱਚ, ਹੀ ਹੀਅਰਸ ਦ ਲਾਸਟ ਵੌਇਸ ਐਟ ਨਾਈਟ ਦ ਪੈਟਰੋਲਿੰਗ ਕਾਰਸ, ਜੋ ਕਾਰਸ ਵਗੈਰਾ ਪੈਟਰੋਲ ਕਰ ਰਹੀਆਂ, ਉੱਥੇ ਗਸ਼ਤ ਕਰ ਰਹੀਆਂ ਜ਼ੂ ਦੇ ਵਿੱਚ ਰਾਤ ਸਮੇਂ ਕੀ ਹੈ, ਜਦ ਹਨੇਰਾ ਹੋ ਜਾਂਦਾ ਤਾਂ ਕੀ ਕਰਦੇ ਆ, ਜੋ ਜ਼ੂ ਦੇ ਆਫੀਸਰਸ ਅਧਿਕਾਰੀ ਵਗੈਰਾ ਕੰਮ ਕਰਨ ਵਾਲੇ ਉੱਥੇ ਹੁੰਦੇ ਆ, ਉਹ ਸਾਰੇ ਜ਼ੂ ਦੇ ਵਿੱਚ ਨਾ ਪੈਟਰੋਲਿੰਗ ਕਰਦੇ ਆ ਗੱਡੀ ਦੇ ਨਾਲ, ਵੇਖਦੇ ਆ ਕੋਈ ਜਾਨਵਰ ਬਾਹਰ ਤਾਂ ਨਹੀਂ ਆਪਣੇ ਪਿੰਜਰੇ ਤੋਂ, ਜਾਂ ਕੋਈ ਹੋਰ ਤਾਂ ਉੱਥੇ ਕੋਈ ਇਸ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਕੋਈ ਕਿਸੇ ਜਾਨਵਰ ਨੂੰ ਕੋਈ ਪ੍ਰੋਬਲਮ ਵਿੱਚ ਹੋਵੇ, ਇਸ ਤਰ੍ਹਾਂ ਉਹ ਗੱਡੀ ਦੇ ਉੱਤੇ ਵੇਖਦੇ ਹਨ ਸਭ ਕੁਝ ਘੁੰਮ ਕੇ, ਤਾਂ ਉਹ ਉਹਨਾਂ ਦੀ ਆਵਾਜ਼ ਸੁਣਦਾ ਹੈ ਰਾਤ ਸਮੇਂ। ਐਂਡ ਸਟੇਅਰਸ ਵਿਦ ਹਿਜ਼ ਬ੍ਰਿਲੀਅੰਟ ਆਈਜ਼, ਅਤੇ ਆਪਣੀਆਂ ਬ੍ਰਿਲੀਅੰਟ ਚਮਕਦਾਰ ਅੱਖਾਂ ਦੇ ਨਾਲ ਸਟੇਅਰਸ ਦੇਖਦਾ ਹੈ, ਕਿਸ ਚੀਜ਼ ਨੂੰ ਦੇਖਦਾ ਹੈ, ਐਟ ਦਾ ਬ੍ਰਿਲੀਅੰਟ ਸਟਾਰਸ, ਚਮਕ ਰਹੇ ਤਾਰਿਆਂ ਨੂੰ ਵੇਖਦਾ ਹੈ ਆਪਣੀਆਂ ਅੱਖਾਂ ਦੇ ਨਾਲ, ਉਹ ਬ੍ਰਿਲੀਅੰਟ ਅੱਖਾਂ ਦੇ ਨਾਲ ਬ੍ਰਿਲੀਅੰਟ ਸਟਾਰਸ ਨੂੰ ਵੇਖਦਾ ਹੈ। ਹੁਣ ਇੱਥੇ ਇਹ ਗੱਲਾਂ ਕੀ ਸ਼ੋਅ ਕਰ ਰਹੀਆਂ ਹਨ, ਉਹ ਵਿਚਾਰਾ ਕੀ ਹੈ, ਬਹੁਤ ਜ਼ਿਆਦਾ ਉਦਾਸ ਹੈ, ਆਪਣੇ ਪਿੰਜਰੇ ਦੇ ਵਿੱਚ ਹੈ, ਕਦੇ ਉਹ ਕੀ ਹੈ ਜੋ ਪੈਟਰੋਲਿੰਗ ਕਰ ਰਹੀਆਂ ਕਾਰਾਂ ਹੁੰਦੀਆਂ ਉਹਨਾਂ ਦੀ ਆਵਾਜ਼ ਸੁਣ ਲੈਂਦਾ ਹੈ, ਅਤੇ ਕਦੇ ਕੀ ਹੈ ਰਾਤ ਸਮੇਂ ਕੀ ਹੈ ਆਕਾਸ਼ ਵੱਲ ਵੇਖਦਾ ਰਹਿੰਦਾ ਹੈ, ਤਾਰਿਆਂ ਵੱਲ ਵੇਖਦਾ ਰਹਿੰਦਾ ਹੈ। ਇਸ ਤਰ੍ਹਾਂ ਕੀ ਹੈ ਉਹ ਬਹੁਤ ਜ਼ਿਆਦਾ ਉਦਾਸ ਹੈ, ਅਤੇ ਉਸ ਦੇ ਲਈ ਕੋਈ ਵੀ ਉੱਥੇ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ, ਕਿਉਂਕਿ ਉਹ ਪਿੰਜਰੇ ਦੇ ਵਿੱਚ ਕੈਦ ਹੈ। Okay student, we have explained this poem and now we will discuss the poetic device used in it. Let's start. We will see the poetic device. First poetic device ਇਸ ਵਿੱਚ ਕੀ ਹੈ, ਪਰਸੋਨੀਫਿਕੇਸ਼ਨ ਹੈ, ਕਿਉਂਕਿ ਟਾਈਗਰ ਨੂੰ ਇੱਥੇ ਹੀ ਕਿਹਾ ਗਿਆ ਹੈ। ਕਲੀਅਰ, ਟਾਈਗਰ ਨੂੰ ਕੀ ਕਿਹਾ ਗਿਆ ਹੈ, ਹੀ। ਜਦ ਕਿਸੇ ਨਾਨ ਹਿਊਮਨ ਜਾਂ ਇਨ ਐਨੀਮੇਟ ਓਬਜੈਕਟ ਨੂੰ ਕੋਈ ਹਿਊਮਨ ਕੁਆਲਿਟੀ ਦੇ ਦਿੰਦੇ ਆ ਨਾ ਆਪਾਂ, ਕੋਈ ਨੋਨ ਲਿਵਿੰਗ ਚੀਜ਼ ਹੈ ਜਾਂ ਕੋਈ ਆਪਣਾ ਨੋਨ ਹਿਊਮਨ ਹੈ, ਕਲੀਅਰ, ਕੋਈ ਜਾਨਵਰ ਵਗੈਰਾ ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਉਸਨੂੰ ਕੀ ਹੈ ਹੀ ਵਗੈਰਾ ਯੂਜ਼ ਕਰ ਲੈਂਦੇ ਹਾਂ, ਕੋਈ ਹਿਊਮਨ ਕੁਆਲਿਟੀ ਉਸਨੂੰ ਦੇ ਦਿੰਦੇ ਹਾਂ, ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਪਰਸੋਨੀਫਿਕੇਸ਼ਨ। ਕਲੀਅਰ। ਉਸ ਤੋਂ ਕੀ ਹੈ ਇੱਥੇ ਐਨਜਾਬਮੈਂਟ ਵੀ ਯੂਜ਼ ਕੀਤੀ ਗਈ ਹੈ। ਤੁਸੀਂ ਇਹ ਵੇਖੋ ਫਸਟ ਲਾਈਨ ਦੇ ਐਂਡ ਤੋਂ ਬਾਅਦ ਕੋਈ ਵੀ ਇੱਥੇ ਕੋਈ ਪੰਚੁਏਸ਼ਨ ਮਾਰਕ ਨਹੀਂ ਲਗਾਇਆ ਗਿਆ, ਤੇ ਸੈਕਿੰਡ ਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਕਲੀਅਰ। ਜਦ ਇੱਕ ਲਾਈਨ ਤੋਂ ਬਾਅਦ ਕੋਈ ਵੀ ਪੰਚੁਏਸ਼ਨ ਮਾਰਕਸ ਯੂਜ਼ ਨਹੀਂ ਕੀਤਾ ਜਾਂਦਾ ਅਤੇ ਸੈਕਿੰਡ ਲਾਈਨ ਸ਼ੁਰੂ ਕਰ ਦਿੱਤੀ ਜਾਵੇ, ਤਾਂ ਉਹ ਕੀ ਹੁੰਦਾ ਉੱਥੇ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਐਨਜਾਬਮੈਂਟ। ਉਸ ਤੋਂ ਅੱਗੇ ਕੀ ਹੈ, ਥਰਡ ਪੋਇਟਿਕ ਡਿਵਾਈਸ ਆਪਾਂ ਨੂੰ ਇੱਥੇ ਕੌਨਸੋਨੈਂਸ ਵੀ ਦਿਖ ਰਹੀ ਹੈ, ਕਿਉਂਕਿ ਕੀ ਲਿਖਿਆ ਗਿਆ ਹੈ, ਹੁਣ ਇਹ ਵੇਖੋ ਐਸ ਵਰਡ ਹੈ ਜੋ, ਕਲੀਅਰ, ਉਹ ਕੀ ਹੈ ਬਾਰ-ਬਾਰ ਯੂਜ਼ ਹੋ ਰਿਹਾ ਹੈ। ਇਹ ਦੇਖੋ ਹੀ ਸਟਾਕਸ ਇਨ ਹਿਜ਼ ਵਿਵਰਡ ਸਟ੍ਰਿਪਸ। ਜਦ ਇਹ ਕੀ ਹੈ, ਕੌਨਸੋਨੈਂਸ ਕੀ ਹੁੰਦਾ ਪੋਇਟਿਕ ਡਿਵਾਈਸ, ਜਦ ਕੌਨਸੋਨੈਂਸ ਸਾਊਂਡ ਨਾ ਰਿਪੀਟ ਹੋ ਰਹੀ ਹੋਵੇ ਕਿਸੇ ਪਰਟੀਕੂਲਰ ਲਾਈਨ ਦੇ ਵਿੱਚ, ਕਿਸੇ ਖਾਸ ਲਾਈਨ ਦੇ ਵਿੱਚ ਕੌਨਸੋਨੈਂਟ ਸਾਊਂਡ ਰਿਪੀਟ ਹੋ ਰਹੀ ਹੈ। ਵੇਖੋ ਐਸ ਕਿੰਨੇ ਵਾਰ ਇੱਥੇ ਰਿਪੀਟ ਹੋ ਰਹੀ ਹੈ, ਤਾਂ ਇਹ ਕੀ ਹੈ, ਐਸ ਕੀ ਹੈ, ਇੱਕ ਕੌਨਸੋਨੈਂਟ ਸਾਊਂਡ ਹੀ ਹੈ, ਵੋਵਲ ਸਾਊਂਡ ਤਾਂ ਨਹੀਂ ਹੈ ਨਾ, ਕੌਨਸੋਨੈਂਟ ਸਾਊਂਡ ਹੈ। ਵੋਵਲ ਸਾਊਂਡ ਕੀ ਹੁੰਦੀ ਹੈ, ਏ ਈ ਆਈ ਓ ਯੂ, ਉਹ ਵੋਵਲ ਸਾਊਂਡ ਹੁੰਦੀ ਹੈ, ਤੇ ਬਾਕੀ ਇਹ ਕੀ ਹੈ ਕਾਫੀ ਵਾਰ ਯੂਜ਼ ਹੋ ਰਹੀ ਹੈ ਐਸ। ਇੱਥੇ ਐਸ ਕੀ ਹੈ, ਇੱਕ ਕੌਨਸੋਨੈਂਟ ਸਾਊਂਡ ਹੈ, ਤਾਂ ਇੱਥੇ ਆਪਾਂ ਕੀ ਕਵਾਂਗੇ, ਕੌਨਸੋਨੈਂਟ ਸਾਊਂਡ ਹੈ ਇਹ, ਤਾਂ ਆਪਾਂ ਕੀ ਕਵਾਂਗੇ ਪੋਇਟਿਕ ਡਿਵਾਈਸ ਇਸ ਵਿੱਚ ਕੀ ਹੈ, ਕੌਨਸੋਨੈਂਸ ਹੈ। ਕਲੀਅਰ। ਉਸ ਤੋਂ ਅੱਗੇ ਕੀ ਹੈ, ਅਨਦਰ ਜਿਹੜੀ ਇੱਕ ਹੋਰ ਪੋਇਟਿਕ ਡਿਵਾਈਸ ਹੈ ਉਹ ਐਸ਼ੋਨੈਂਸ ਵੀ ਹੈਗੀ ਹੈ, ਕਿਉਂਕਿ ਇਹਦੇ ਵਿੱਚ ਇਹ ਵੀ ਵੇਖੋ ਤੁਸੀਂ ਜੋ ਆਈ ਵਰਡ ਹੈਗਾ, ਕਲੀਅਰ, ਆਈ ਇੱਥੇ ਵੀ ਆਈ, ਇਨ ਵਿੱਚ ਆਈ ਹੈ, ਹਿਜ਼ ਵਿੱਚ ਆਈ ਹੈ, ਵਿਵਰਡ ਇਹਦੇ ਵਿੱਚ ਆਈ, ਸਟ੍ਰਿਪਸ ਦੇ ਵਿੱਚ ਆਈ ਹੈ, ਇਹ ਕੀ ਹੈ, ਇੱਕ ਵੋਵਲ ਸਾਊਂਡ ਹੈ। ਤੇ ਜਦ ਵੋਵਲ ਸਾਊਂਡ ਬਹੁਤ ਵਾਰ ਯੂਜ਼ ਹੋ ਰਹੀ ਹੋਵੇ ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਐਸ਼ੋਨੈਂਸ। ਉਸ ਤੋਂ ਅੱਗੇ ਕੀ ਹੈ, ਇਹ ਦੇਖੋ ਨੀਚੇ ਲਾਸਟ ਲਾਈਨ ਦੇ ਵਿੱਚ ਕੁਆਇਟ ਰੇਜ਼, ਕਲੀਅਰ, ਇਹ ਪੋਇਟਿਕ ਡਿਵਾਈਸ ਕੀ ਹੈ, ਆਕਸੀਮੋਰੋਨ। ਕਲੀਅਰ। ਇਹ ਵੇਖੋ ਜਦ ਕੋਈ ਇੱਕ ਤਾਂ ਕੁਆਇਟ ਕੀ ਹੁੰਦਾ ਬਿਲਕੁਲ ਸ਼ਾਂਤੀ, ਤੇ ਰੇਜ਼ ਕੀ ਹੁੰਦਾ ਗੁੱਸਾ। ਜਦ ਕੋਈ ਅਜਿਹਾ ਐਡਜੈਕਟਿਵ ਯੂਜ਼ ਕੀਤਾ ਜਾਵੇ ਨਾ ਜੋ ਆਪੋਜ਼ਿਟ ਮੀਨਿੰਗ ਹੋਵੇ ਦੋਵਾਂ ਦਾ, ਕਲੀਅਰ, ਦੋਨਾਂ ਦਾ ਮੀਨਿੰਗ ਕੀ ਹੈ ਇੱਥੇ ਆਪੋਜ਼ਿਟ ਹੈ, ਕੁਆਇਟ ਹੁੰਦਾ ਸ਼ਾਂਤ ਤੇ ਰੇਜ਼ ਕੀ ਹੁੰਦਾ ਗੁੱਸਾ, ਆਪੋਜ਼ਿਟ ਮੀਨਿੰਗ ਵਾਲੇ ਵਰਡਸ ਇਕੱਠੇ ਯੂਜ਼ ਕਰ ਲਏ ਜਾਣ ਤਾਂ ਉੱਥੇ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਆਕਸੀਮੋਰੋਨ। ਨੈਕਸਟ ਪੈਸੇਜ ਦੇਖਦੇ ਹਾਂ, ਉਸ ਵਿੱਚ ਕੀ ਪੋਇਟਿਕ ਡਿਵਾਈਸ ਯੂਜ਼ ਕੀਤੀ ਗਈ ਹੈ। ਦੁਬਾਰਾ ਇਹ ਵੇਖੋ ਬੇਟੇ, ਜੋ ਹੀ ਹੈਗਾ, ਹੀ ਕਿਸ ਲਈ ਯੂਜ਼ ਕੀਤਾ ਗਿਆ, ਟਾਈਗਰ ਦੇ ਲਈ। ਹੀ ਸ਼ੁੱਡ ਬੀ ਲਰਕਿੰਗ ਇਨ ਸ਼ੈਡੋਜ਼। ਤਾਂ ਜਦ ਤੁਹਾਨੂੰ ਮੈਂ ਦੱਸਿਆ ਸੀ ਕਿ ਜਦ ਇੱਕ ਕੀ ਹੈ ਵੀ ਆਪਾਂ ਨੋਨ ਲਿਵਿੰਗ ਚੀਜ਼ ਨੂੰ ਜਾਂ ਕਿਸੇ ਜਾਨਵਰ ਦੇ ਲਈ ਆਪਾਂ ਕੀ ਹੈ ਉਸਨੂੰ ਹਿਊਮਨ ਕੁਆਲਿਟੀ ਦੇ ਦਈਏ,
ਤਾਂ ਉੱਥੇ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਪਰਸੋਨੀਫਿਕੇਸ਼ਨ। ਕਲੀਅਰ। ਉਦੋਂ ਅੱਗੇ ਕੀ ਹੈ, ਹੋਰ ਆਪਾਂ ਇੱਥੇ ਦੇਖਦੇ ਹਾਂ ਸਲੀਡਿੰਗ ਥਰੂ ਲੌਂਗ ਗ੍ਰਾਸ। ਇਹ ਦੇਖੋ ਸਲੀਡਿੰਗ ਥਰੂ ਲੌਂਗ ਗ੍ਰਾਸ ਨੀਅਰ ਦਾ ਵਾਟਰ ਹੋਲ। ਇੱਥੇ ਹੁਣ ਇਹ ਵੇਖੋ ਕੋਈ ਕੌਮਾ ਵਗੈਰਾ ਯੂਜ਼ ਨਹੀਂ ਕੀਤਾ ਗਿਆ, ਠੀਕ ਹੈ, ਕੋਈ ਪੰਚੁਏਸ਼ਨ ਮਾਰਕਸ ਵਗੈਰਾ ਨਹੀਂ ਯੂਜ਼ ਕੀਤਾ ਗਿਆ। ਤਾਂ ਇਹ ਵੀ ਕੀ ਬਣ ਗਿਆ, ਫਸਟ ਲਾਈਨ ਤੋਂ ਬਾਅਦ ਸੈਕਿੰਡ ਲਾਈਨ ਸਟਾਰਟ ਹੋ ਗਈ, ਕੋਈ ਪੰਚੁਏਸ਼ਨ ਮਾਰਕਸ ਨਹੀਂ ਹੈ। ਤਾਂ ਤੁਹਾਨੂੰ ਜਿਵੇਂ ਮੈਂ ਫਸਟ ਪੈਸੇਜ ਵਿੱਚ ਦੱਸਿਆ ਸੀ, ਤਾਂ ਪੋਇਟਿਕ ਡਿਵਾਈਸ ਕੀ ਹੋਈ ਇੱਥੇ, ਐਨਜਾਮੈਂਟ। ਕਲੀਅਰ। ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਨੈਕਸਟ ਸਟੈਂਜਾ ਦੇ ਵਿੱਚ ਵੇਖਦੇ ਹਾਂ, ਹੀ ਸ਼ੁੱਡ ਬੀ ਸਨਾਰਲਿੰਗ ਅਰਾਊਂਡ ਦਾ ਹਾਊਸਿਸ ਐਟ ਦਾ ਜੰਗਲਸ ਐਜ। ਇਹਦੇ ਵਿੱਚ ਵੇਖੋ ਹੀ ਸ਼ੁੱਡ ਬੀ ਸਨਾਰਲਿੰਗ ਅਰਾਊਂਡ ਹਾਊਸਿਸ ਐਟ ਦਾ ਜੰਗਲਸ ਐਜ। ਇਹਦੇ ਵਿੱਚ ਵੀ ਦੇਖੋ ਫਸਟ ਲਾਈਨ ਤੋਂ ਬਾਅਦ ਕੋਈ ਪੰਚੁਏਸ਼ਨ ਮਾਰਕ ਯੂਜ਼ ਨਹੀਂ ਕੀਤਾ ਗਿਆ, ਸੈਕਿੰਡ ਲਾਈਨ ਸਟਾਰਟ ਹੋ ਗਈ। ਤਾਂ ਇਸ ਵਿੱਚ ਵੀ ਉਹੀ ਕੀ ਪੋਇਟਿਕ ਡਿਵਾਈਸ ਹੋ ਗਈ, ਐਨਜਾਮੈਂਟ। ਕਲੀਅਰ। ਉਸ ਤੋਂ ਅੱਗੇ ਕੀ ਹੈ, ਪਰਸੋਨੀਫਿਕੇਸ਼ਨ ਵੀ ਹੈ, ਦੁਬਾਰਾ ਯੂਜ਼ ਹੋ ਰਿਹਾ ਟਾਈਗਰ ਹੈ ਜੋ ਹੀ ਯੂਜ਼ ਹੋ ਰਿਹਾ ਹੈਗਾ ਟਾਈਗਰ ਦੀ ਜਗ੍ਹਾ ਤੇ, ਤਾਂ ਫਿਰ ਪਰਸੋਨੀਫਿਕੇਸ਼ਨ ਵੀ ਹੋ ਗਈ। ਉਸ ਤੋਂ ਅੱਗੇ ਕੀ ਹੈ, ਫਸਟ ਲਾਈਨ ਦੇ ਵਿੱਚ ਹੀ ਤੁਸੀਂ ਦੇਖੋ ਓ ਵਰਡ ਹੈ ਜੋ ਸ਼ੁੱਡ ਦੇ ਵਿੱਚ ਓ ਹੈ, ਅਰਾਊਂਡ ਦੇ ਵਿੱਚ ਹੈ, ਹਾਊਸਿਸ ਦੇ ਵਿੱਚ ਓ ਵਰਡ ਯੂਜ਼ ਕੀਤਾ ਗਿਆ। ਤਾਂ ਇਹ ਕੀ ਹੈ, ਰਿਪੀਟ ਹੋ ਰਿਹਾ ਫਸਟ ਲਾਈਨ ਦੇ ਵਿੱਚ। ਤਾਂ ਇੱਥੇ ਉਦੋਂ ਅੱਗੇ ਇਹ ਵੇਖੋ ਤਾਂ ਪੋਇਟਿਕ ਡਿਵਾਈਸ ਇਹ ਕੀ ਹੋ ਗਈ, ਐਸ਼ੋਨੈਂਸ। ਕਲੀਅਰ। ਜਦ ਵੋਵਲ ਸਾਊਂਡ ਰਿਪੀਟ ਹੋ ਰਹੀ ਹੈ ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਐਸ਼ੋਨੈਂਸ। ਉਸ ਤੋਂ ਅੱਗੇ ਥਰਡ ਲਾਈਨ ਦੇ ਵਿੱਚ ਦੇਖ ਰਹੇ ਹੋ ਤੁਸੀਂ ਬੇਅਰਿੰਗ ਆਈ ਵਰਡ ਹੈ, ਹਿਸ ਦੇ ਵਿੱਚ ਆਈ ਹੈ, ਵਾਈਟ ਵਿੱਚ ਆਈ ਹੈ, ਹਿਸ ਵਿੱਚ ਫੇਰ ਆਈ ਹੈ। ਤਾਂ ਆਈ ਵਰਡ ਕੀ ਹੈ, ਕਾਫੀ ਯੂਜ਼ ਹੋ ਰਿਹਾ। ਤਾਂ ਇਸ ਦੇ ਵਿੱਚ ਵੀ ਕੀ ਹੋ ਗਿਆ ਫਿਰ ਪੋਇਟਿਕ ਡਿਵਾਈਸ, ਐਸ਼ੋਨੈਂਸ। ਕਲੀਅਰ। ਉਸ ਤੋਂ ਅੱਗੇ ਤੁਸੀਂ ਇਹ ਵੇਖੋ ਥਰਡ ਲਾਈਨ ਦੇ ਵਿੱਚ ਐਸ ਹੈ ਜੋ ਹਿਸ ਵਿੱਚ ਐਸ ਹੈ, ਫੈਂਗਸ ਦੇ ਵਿੱਚ ਐਸ ਹੈ, ਕਲੌਜ਼ ਦੇ ਵਿੱਚ ਐਸ ਹੈ। ਕਲੀਅਰ। ਜੋ ਐਸ ਸਾਊਂਡ ਹੈ ਇਹ ਜ਼ਿਆਦਾ ਰਿਪੀਟ ਹੋ ਰਹੀ ਹੈ, ਤਾਂ ਇੱਥੇ ਕੀ ਕਹਾਂਗੇ ਆਪਾਂ ਪੋਇਟਿਕ ਡਿਵਾਈਸ, ਕੌਨਸੋਨੈਂਸ। ਕਿਉਂਕਿ ਕੌਨਸੋਨੈਂਟ ਸਾਊਂਡ ਜਦ ਰਿਪੀਟ ਹੋ ਰਹੀ ਹੈ ਤਾਂ ਪੋਇਟਿਕ ਡਿਵਾਈਸ ਕੀ ਹੋਈ, ਕੌਨਸੋਨੈਂਸ। ਚਲੋ ਲਾਸਟ ਫੋਰਥ ਸਟੈਂਜਾ ਵੇਖ ਰਹੇ ਹਾਂ ਆਪਾਂ। ਇਸ ਵਿੱਚ ਕੀ ਹੈ, ਬਟ ਹੀ ਇਜ਼ ਲੌਕਡ, ਠੀਕ ਹੈ, ਇਨ ਅ ਕੰਕਰੀਟ ਸੈੱਲ। ਇੱਕ ਕੰਕਰੀਟ ਸੈੱਲ ਦੇ ਵਿੱਚ ਉਹ ਲੌਕ ਹੈ। ਇੱਥੇ ਜਿਹੜਾ he is his has been used for tiger in first line। ਹੁਣ ਇਹ ਵੇਖੋ he his strength behind bar, his ਜੋ ਯੂਜ਼ ਕੀਤਾ ਗਿਆ, his strength behind bar, his ਕਿਹਦੇ ਲਈ ਯੂਜ਼ ਕੀਤਾ ਗਿਆ, ਟਾਈਗਰ ਦੇ ਲਈ ਯੂਜ਼ ਕੀਤਾ ਗਿਆ। ਤਾਂ ਉਹੀ ਜਦੋਂ ਤੁਹਾਨੂੰ ਮੈਂ ਦੱਸਿਆ ਸੀ ਕਿਸੇ ਜਾਨਵਰ ਦੇ ਲਈ ਜਾਂ ਕਿਸੇ ਨੌਨ ਲਿਵਿੰਗ ਦੇ ਲਈ ਆਪਾਂ ਹਿਊਮਨ ਕੁਆਲਿਟੀ ਯੂਜ਼ ਕਰ ਲਈਏ ਤਾਂ ਪੋਇਟਿਕ ਡਿਵਾਈਸ ਕੀ ਹੋਗੀ, ਪਰਸੋਨੀਫਿਕੇਸ਼ਨ। ਉਸ ਤੋਂ ਅੱਗੇ ਜੋ ਫਸਟ ਲਾਈਨ ਹੈ ਉਹਦੇ ਵਿੱਚ ਤੁਸੀਂ ਇਹ ਵੇਖੋ ਜੋ ਈ ਵਰਡ ਹੈਗਾ। ਕਲੀਅਰ। ਫਸਟ ਲਾਈਨ ਵਿੱਚ ਈ ਸਾਊਂਡ ਹੈ ਜੋ ਉਹ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੈ। ਤਾਂ ਕੀ ਹੋ ਗਿਆ ਇੱਥੇ, ਐਸ਼ੋਨੈਂਸ ਹੋ ਗਿਆ। ਜਿਵੇਂ ਈ ਸੈੱਲ ਵਿੱਚ ਵੀ ਹੈ, ਕੰਕਰੀਟ ਦੇ ਵਿੱਚ ਵੀ ਈ ਯੂਜ਼ ਹੋ ਰਿਹਾ, ਹੀ ਦੇ ਵਿੱਚ ਈ ਯੂਜ਼ ਹੋ ਰਿਹਾ। ਇਹ ਇੱਕ ਵੋਵਲ ਸਾਊਂਡ ਹੈ, ਤਾਂ ਕੀ ਕਹਾਂਗੇ ਆਪਾਂ, ਐਸ਼ੋਨੈਂਸ। ਤੇ ਸੈਕਿੰਡ ਲਾਈਨ ਦੇ ਵਿੱਚ ਵੇਖੋ ਜੋ ਐਸ ਵਰਡ ਹੈਗਾ ਇਹ ਯੂਜ਼ ਹੋ ਰਿਹਾ, ਤਾਂ ਇੱਥੇ ਆਪਾਂ ਕੀ ਕਹਾਂਗੇ, ਕੌਨਸੋਨੈਂਸ ਆਪਾਂ ਕਹਾਂਗੇ। ਕਲੀਅਰ। ਉਸ ਤੋਂ ਅੱਗੇ ਫੋਰਥ ਲਾਈਨ ਦੇ ਵਿੱਚ ਵੀ ਆਪਾਂ ਕੀ ਦੇਖ ਰਹੇ ਹਾਂ ਕਿ ਆਈ ਵਰਡ ਹੈ ਜੋ ਕਾਫੀ ਆ ਰਿਹਾ। ਤਾਂ ਆਈ ਕੀ ਹੈ, ਇੱਕ ਵੋਵਲ ਸਾਊਂਡ ਹੈ। ਕਲੀਅਰ। ਵੋਵਲ ਵਰਡ ਹੈਗਾ ਤੇ ਵੋਵਲ ਸਾਊਂਡ ਜਦੋਂ ਹੋਵੇ ਈ ਆਈ ਓ ਯੂ ਇਹ ਵੋਵਲਸ ਹੁੰਦੇ ਹਨ ਜੋ ਇਹ ਜ਼ਿਆਦਾ ਯੂਜ਼ ਹੋ ਰਿਹਾ, ਤਾਂ ਕੀ ਕਹਾਂਗੇ ਆਪਾਂ, ਐਸ਼ੋਨੈਂਸ। ਕਲੀਅਰ। ਇਸ ਤਰ੍ਹਾਂ ਇਹਦੇ ਵਿੱਚ ਇਹ ਪੋਇਟਿਕ ਡਿਵਾਈਸ ਹੈ। ਨੈਕਸਟ ਪੈਸੇਜ ਆਪਾਂ ਦੇਖਦੇ ਹਾਂ। ਇਸ ਵਿੱਚ ਕੀ ਹੈ, ਹੀ ਦੁਬਾਰਾ ਯੂਜ਼ ਹੋ ਰਿਹਾ। ਹੀ ਕਿਸ ਦੇ ਲਈ ਯੂਜ਼ ਹੋਇਆ, ਹੀ ਹੀਅਰ ਦਾ ਲਾਸਟ ਵੌਇਸ ਐਟ ਨਾਈਟ, ਟਾਈਗਰ ਦੇ ਲਈ ਯੂਜ਼ ਹੋ ਰਿਹਾ ਹੀ। ਤਾਂ ਕੀ ਹੋ ਗਿਆ, ਪਰਸੋਨੀਫਿਕੇਸ਼ਨ ਹੋ ਗਿਆ। ਉਸ ਤੋਂ ਅੱਗੇ ਦੇਖੋ ਅੱਗੇ ਹੀ ਹੀਅਰਸ। ਇਹ ਵੇਖੋ ਬੇਟਾ ਇੱਥੇ ਪੋਇਟਿਕ ਡਿਵਾਈਸ ਕੀ ਹੈ, ਐਲੀਟਰੇਸ਼ਨ ਹੈ। ਇੱਕ ਹੀ ਸਾਊਂਡ ਤੋਂ ਕੀ ਹੈ, ਦੋ ਜਾਂ ਦੋ ਤੋਂ ਵੱਧ ਸ਼ਬਦ ਕੀ ਹੈ ਇਕੱਠੇ ਆ ਰਹੇ ਹੋਣ, ਵਰਡਸ ਇਹ ਇੱਕ ਹੀ ਸਾਊਂਡ ਹੋਵੇ, ਐਚ ਸਾਊਂਡ ਇੱਥੇ ਰਿਪੀਟ ਹੋ ਰਹੀ ਹੈ। ਤਾਂ ਇੱਥੇ ਫਿਰ ਆਪਾਂ ਪੋਇਟਿਕ ਡਿਵਾਈਸ ਕੀ ਕਹਾਂਗੇ, ਐਲੀਟਰੇਸ਼ਨ। ਕਲੀਅਰ। ਇਸ ਤਰ੍ਹਾਂ ਇਹ ਯਾਦ ਰੱਖਣਾ। ਉਸ ਤੋਂ ਅੱਗੇ ਤੁਸੀਂ ਇਹ ਵੇਖੋ ਥਰਡ ਲਾਈਨ ਜੋ ਹੈ ਇਹਦੇ ਵਿੱਚ ਆਈ ਸਾਊਂਡ ਬਹੁਤ ਆ ਰਿਹਾ ਹੈ, ਤਾਂ ਇੱਥੇ ਕੀ ਹੈ, ਐਸ਼ੋਨੈਂਸ ਹੈ। ਦੇਖੋ ਆਈ ਕਿੰਨੇ ਵਾਰ ਆਈ ਇੱਥੇ ਯੂਜ਼ ਹੋ ਰਿਹਾ ਹੈ। ਆਈ ਕੀ ਹੈ, ਇੱਕ ਵੋਵਲ ਹੈ, ਆਈ ਬਹੁਤ ਵਾਰ ਯੂਜ਼ ਹੋ ਰਿਹਾ ਹੈ, ਤਾਂ ਕੀ ਕਹਾਂਗੇ ਆਪਾਂ ਇੱਥੇ, ਐਸ਼ੋਨੈਂਸ ਕਹਾਂਗੇ। ਚਲੋ ਇਸ ਤਰ੍ਹਾਂ ਆਪਾਂ ਪੋਇਟਿਕ ਡਿਵਾਈਸ ਦੇਖ ਲਈਆਂ ਪੈਸੇਜ ਦੇ ਵਿੱਚ, ਲਾਈਨ ਟੂ ਲਾਈਨ ਐਕਸਪਲੇਨੇਸ਼ਨ ਵੀ ਕਰ ਲਈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੋਇਮ ਬਹੁਤ ਵਧੀਆ ਸਮਝ ਆਈ ਹੋਵੇਗੀ। ਮੀਨਿੰਗ ਜੋ ਡਿਫੀਕਲਟ ਵਰਡਸ ਦੇ ਮੀਨਿੰਗ ਸਨ ਉਹ ਵੀ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਪੋਇਟਿਕ ਡਿਵਾਈਸਿਸ ਜੋ ਆਪਾਂ
ਕੀਤੀਆਂ ਅਲੱਗ-ਅਲੱਗ ਪੈਸੇਜ ਦੇ ਵਿੱਚ, ਉਹ ਵੀ ਤੁਹਾਨੂੰ ਪਤਾ ਲੱਗ ਗਈਆਂ ਹੋਣਗੀਆਂ। ਜੇਕਰ ਤੁਸੀਂ ਇਹ ਐਕਸਪਲੇਨੇਸ਼ਨ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਲਾਈਕ ਬਟਨ ਵੀ ਕਲਿੱਕ ਕਰੋ। ਥੈਂਕਸ।